ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਿਆਰੇ ਬੱਚਿਓ, ਅਸੀਂ ਅੱਜ 8th ਕਲਾਸ ਦੀ ਪਾਠ ਪੁਸਤਕ ਮਾਣਕਮਾਲਾ ਭਾਗ 3 ਬੁੱਧੀਮਤੀ ਅਤੇ ਸ਼ੇਰ ਪਾਠ ਪੜ੍ਹਨ ਜਾ ਰਹੇ ਹਾਂ। ਇਹ ਇੱਕ ਲੋਕ ਕਥਾ ਹੈ ਜੋ ਆਂਧਰਾ ਪ੍ਰਦੇਸ਼ ਦੀ ਹੈ। ਲੋਕ ਕਥਾ ਕੀ ਹੁੰਦੀ ਹੈ? ਲੋਕ ਕਥਾ ਹੁੰਦੀ ਹੈ ਜੋ ਲੋਕਾਂ ਦੁਆਰਾ ਇੱਕ ਕਥਾ ਬਣ ਜਾਂਦੀ ਹੈ। ਜਿਨ੍ਹਾਂ ਨੂੰ ਲੋਕਾਂ ਦੇ ਮੂੰਹੋਂ ਜੋ ਸੁਣੀ ਜਾਂਦੀ ਹੈ ਅਤੇ ਆਮ ਸਮਾਜ ਦੇ ਵਿੱਚ ਪ੍ਰਚਲਿਤ ਰਹਿੰਦੀ ਹੈ। ਆਓ ਹੁਣ ਅਸੀਂ ਇਸ ਬਾਰੇ ਪੜ੍ਹਦੇ ਹਾਂ। ਆਂਧਰਾ ਪ੍ਰਦੇਸ਼ ਦੀ ਇੱਕ ਲੋਕ ਕਥਾ ਹੈ। ਇੱਕ ਵਾਰ ਦੀ ਗੱਲ ਹੈ, ਇੱਕ ਬ੍ਰਾਹਮਣ ਇਸਤਰੀ ਜਿਸ ਦਾ ਨਾਂ ਬੁੱਧੀਮਤੀ ਸੀ, ਆਪਣੇ ਪਤੀ ਅਤੇ 2 ਬੱਚਿਆਂ ਸਮੇਤ ਇੱਕ ਬੈਲ ਗੱਡੀ ਉੱਤੇ ਸਵਾਰ ਹੋ ਕੇ ਇੱਕ ਜੰਗਲ ਵਿੱਚੋਂ ਲੰਘ ਰਹੀ ਸੀ। ਉਹ ਤੀਵੀਂ ਬੜੀ ਅਸਾਧਾਰਨ ਬੁੱਧੀ ਦੀ ਮਾਲਕ ਸੀ। ਅਸਾਧਾਰਨ ਬੁੱਧੀ ਜਿਸ ਦਾ ਕੋਈ ਮੁਕਾਬਲਾ ਨਾ ਕਰ ਸਕੇ, ਮਤਲਬ ਬਹੁਤ ਸਾਰੀ ਬੁੱਧੀ। ਇਸ ਕਰਕੇ ਉਸ ਦਾ ਨਾਮ ਬੁੱਧੀਮਤੀ ਪਿਆ ਹੋਇਆ ਸੀ। ਸੰਘਣੇ ਮਤਲਬ ਘਨੇ ਜੰਗਲ ਮੇ ਸੀ। ਸੰਘਣੇ ਜੰਗਲ ਵਿੱਚ ਪੁੱਜ ਕੇ ਗੱਡੀ ਦੇ ਬਲਦਾਂ ਨੇ ਕੁਝ ਖਤਰਾ, ਬਲਦਾਂ बैल गाड़ी के बैलगाड़ी होती है जो, ਬਲਦਾਂ ਨੇ ਕੁਝ ਖਤਰਾ ਅਨੁਭਵ ਕੀਤਾ, ਜਿਸ ਕਰਕੇ ਉਸ ਗੱਡੀ 'ਚੋਂ ਨਿਕਲ ਕੇ ਇੱਧਰ ਉੱਧਰ ਦੌੜ ਗਏ। ਬੁੱਧੀਮਤੀ ਦਾ ਪਤੀ ਆਪਣੇ ਗੜਵਾਨ ਬਲਦਾਂ ਨੂੰ ਜੋ ਗੱਡੀ ਨੂੰ ਲਿਜਾ ਰਹੇ ਸੀ, ਬਲਦਾਂ ਨੂੰ ਫੜਨ ਲਈ ਉਹਨਾਂ ਦੇ ਪਿੱਛੇ ਦੌੜੇ। ਬੁੱਧੀਮਤੀ ਨੇ ਆਪਣੇ ਦੋਨਾਂ ਬੱਚਿਆਂ ਨੂੰ ਗੱਡੀ ਤੋਂ ਥੱਲੇ ਮਤਲਬ ਨੀਚੇ ਲਾਇਆ, ਉਤਾਰਾ ਤੇ ਇੱਕ ਦਰਖਤ ਥੱਲੇ ਬੈਠ ਕੇ ਆਪਣੇ ਪਤੀ ਦੀ ਉਡੀਕ ਕਰਨ ਲੱਗੀ। ਬਲਦਾਂ ਨੇ ਸੱਚਮੁੱਚ ਹੀ ਖਤਰਾ ਅਨੁਭਵ ਕੀਤਾ ਸੀ। ਜਿੱਥੇ ਗੱਡੀ ਰੁਕੀ ਸੀ ਉਸ ਦੇ ਐਨ ਲਾਗੇ, ਐਨ ਮਤਲਬ ਬਿਲਕੁਲ ਪਾਸਵੇਂ, ਲਾਗੇ ਮਤਲਬ ਪਾਸ, ਕਿਸੇ ਝਾੜੀ ਵਿੱਚ ਸ਼ੇਰ ਲੁਕਿਆ ਬੈਠਾ ਸੀ। ਬ੍ਰਾਹਮਣ ਇਸਤਰੀ ਅਤੇ ਬੱਚਿਆਂ ਨੂੰ ਵੇਖਦਿਆਂ ਹੀ ਸ਼ੇਰ ਦੇ ਮੂੰਹ ਵਿੱਚ ਪਾਣੀ ਭਰ ਆਇਆ। ਉਹਨੇ ਸੋਚਿਆ, ਅੱਜ ਸ਼ਿਕਾਰ ਆਪਣੇ ਆਪ ਹੀ ਮੇਰੇ ਮੂੰਹ ਵਿੱਚ ਆ ਪਿਆ ਹੈ। ਮੈਂ ਕਾਫੀ ਲੰਬੇ ਸਮੇਂ ਤੋਂ ਮਨੁੱਖੀ ਮਾਸ ਦਾ ਸੁਆਦ ਨਹੀਂ ਚੱਖਿਆ, ਪਰੰਤੂ ਇਹ ਤੀਵੀਂ ਤਾਂ ਸ਼ੈਤਾਨ ਦੀ ਨਾਨੀ ਲੱਗਦੀ ਹੈ, ਨਹੀਂ ਤਾਂ ਉਹ ਮੇਰੀ ਝਾੜੀ ਦੇ ਲਾਗੇ ਬੈਠਣ ਦੀ ਜੁਰਅਤ ਕਿਵੇਂ ਕਰ ਸਕਦੀ ਸੀ। ਇਸ ਦੇ ਪਿੱਛੇ ਜ਼ਰੂਰ ਕੋਈ ਵੱਡਾ ਕਾਰਨ ਹੋਵੇਗਾ। शेर ये सोच रहा था कि ये औरत मुझे बहुत शैतान, बहुत चालाक लगती है। अगर ये चालाक नहीं होती तो मेरी झाड़ी के नज़दीक क्यों बैठती। मैनू जल्दी विच इस ते हमला नहीं करना चाहिए। उस ते झपटन तो पहला मैनू दोबारा सोचना चाहिए है कि उस दे ते हल्ला बोलां कि ना बोलां। अफसोस वाली गल तां यह है कि इस समय मेरा सहायक वजीर गिद्दड़ भी राय देण लई मेरे पास नहीं कि उस कोल जाके उस दी सलाह लवां। मैं झिझक क्यों रहा हाँ जद मैं भुखा हाँ। मैनू हर समा अजाई मतलब व्यर्थ नहीं गुआना चाहिए। मैं उस तीवीं नूं फड़ के ਚੱਬ ਜਾਵਾਂਗਾ मतलब ਚਬਾ ਜਾਊਂਗਾ। इन्हां विचारां नूं अपने मन विच लई शेर झाड़ी तो बाहर आया ते तीवीं ते झपटन दी तैयारी करन लगा। बुद्धिमती ने शेर नूं वेख्या, भावें ਉਹ बहुत डर गई सी, ਉਸਨੇ ਆਪਣੇ ਹੋਸ਼ ਆਵਾਜ਼ ਕਾਇਮ ਰੱਖੇ। ਉਹਨੇ ਆਪਣੇ ਦੋਵਾਂ ਬੱਚਿਆਂ ਦੇ ਇੱਕ ਚੁੰਡੀ ਵੱਡੀ ਮਤਲਬ ਚਕੋਟੀ ਕਾਟੀ ਤੇ ਗੋਦੀਓਂ ਥੱਲੇ ਲਾ ਦਿੱਤਾ। ਬੱਚੇ ਉੱਚੀ ਉੱਚੀ ਰੋਣ ਲੱਗੇ। ਤਦ ਉਹਨੇ ਉਹਨਾਂ ਨੂੰ ਦੁਲਾਰਦੇ ਹੋਏ ਉੱਚੀ ਦੇਣੀ ਕਿਹਾ, ਮੇਰੇ ਪਿਆਰੇ ਬੱਚਿਓ, ਮੈਂ ਬਹੁਤ ਮਜਬੂਰ ਹਾਂ। ਮੈਂ ਤੁਹਾਨੂੰ ਹਰ ਰੋਜ਼ ਸ਼ੇਰ ਦਾ ਮਾਸ ਕਿੱਥੋਂ ਲਿਆ ਕੇ ਖੁਆਵਾਂ। ਉਹ ਆਪਣੇ ਬੱਚਿਆਂ ਨੂੰ ਕਹਿ ਰਹੀ ਹੈ ਕਿ ਮੈਂ ਤੁਹਾਨੂੰ ਸ਼ੇਰ ਦਾ ਮਾਸ, ਕਿ ਹਰ ਰੋਜ਼ ਉਹ ਸ਼ੇਰ ਨੂੰ ਸੁਣਾ ਕੇ ਆ ਗੱਲਾਂ ਕਹਿ ਰਹੀ ਹੈ। ਇਸ ਜੰਗਲ ਵਿੱਚ ਮੈਂ ਸਿਰਫ ਤੁਹਾਡੇ ਕਰਕੇ ਹੀ ਆਈ ਹਾਂ, ਪਰ ਮੈਨੂੰ ਇੱਥੇ ਵੀ ਸ਼ੇਰ ਨਹੀਂ ਲੱਭ ਰਿਹਾ ਮਤਲਬ ਮਿਲ ਰਿਹਾ। ਜੇ ਮੈਨੂੰ ਇੱਕ ਵੀ ਸ਼ੇਰ ਮਿਲ ਗਿਆ ਤਾਂ ਉਹਦੇ 2 ਟੁਕੜੇ ਕਰਕੇ ਤੁਹਾਡੇ 'ਚ ਅੱਧਾ ਵੰਡ ਦਿਆਂਗੀ ਮਤਲਬ ਬਾਂਟ ਦੂੰਗੀ। ਜੇ 2 ਸ਼ੇਰ ਮਿਲ ਗਏ ਤਾਂ ਦੋਹਾਂ ਨੂੰ ਇੱਕ ਮਾਰ ਕੇ ਦਿਆਂਗੀ। ਪਿਆਰੇ ਪੁੱਤਰੋ, ਤੁਸੀਂ ਉਨੀ ਦੇਰ ਤੱਕ ਸੁੱਤੇ ਰਹੋ जितनी देर तक ਤੁਹਾਡੇ ਲਈ शेर नहीं ਲੱਭ ਲੈਂਦੀ। इस तरीके से वो उनको शेर को ये बातें, अपने बच्चों से ये बातें कर रही है शेर को सुनाने के लिए, ताकि शेर डर जाए। इस मगरों बुद्धिमती ने लोरी शुरू
कर दित्ती तां जो वो सौ जाण। जदों शेर ने बुद्धिमती दे ये शब्द सुने तां वो डर नाल कंबण लगा। वो इन्ना डरिया कि सुट वट के दौड़ गया, जिवें ओहदियां अखां अगे हनेरी आ गई होवे। वो झाड़ियां नूं मिधदा पैरों के नीचे होया लम्मियां लम्मियां छालां मारदा होया उस तीवीं पासों बहुत दूर पुज गया, मतलब पुज गया, पहुँच गया ते थे ते जा बैठा। थे ते जा बैठा भाव एक पहाड़ पे जा बैठा, मिट्टी दे पहाड़ ते। डर नाल ਉਹ ਅਜੇ ਵੀ ਕੰਬੀ ਜਾ ਰਿਹਾ ਸੀ। ਉਹਨੇ ਆਲੇ ਦੁਆਲੇ ਨਜ਼ਰ ਦੌੜਾਈ। ਅਚਾਨਕ ਹੀ ਗਿੱਦੜ ਵੀ ਉੱਥੇ ਪੁੱਜ ਗਿਆ। ਗਿੱਦੜ ਪਾਸੋਂ ਸ਼ੇਰ ਦੀ ਹਾਲਤ ਵੇਖੀ ਨਾ ਗਈ। ਉਹ ਬੋਲਿਆ, ਬਾਦਸ਼ਾਹ ਸਲਾਮਤ, ਰੱਬ ਖੈਰ ਕਰੇ। ਤੁਸੀਂ ਐਡੀ ਦੂਰ ਨਿਕਲੇ ਕਿਵੇਂ, ਦੂਰ ਇਕੱਲੇ ਕਿਵੇਂ ਆ ਗਏ? ਤੁਹਾਨੂੰ ਆਪਣੇ ਸਹਾਇਕਾਂ ਨਾਲ ਇੱਥੇ ਆਉਣਾ ਚਾਹੀਦਾ ਸੀ। ਇਹ ਥਾਂ ਖਤਰੇ ਤੋਂ ਖਾਲੀ ਨਹੀਂ, ਚਲੋ ਆਪਣੀ ਥਾਂ 'ਤੇ ਚੱਲੀਏ। ਗਿੱਦੜਾ ਤੂੰ ਕੀ ਜਾਣੇ? ਸ਼ੇਰ ਬੋਲਿਆ, ਮੇਰਾ ਤਾਂ ਦੂਜਾ ਜਨਮ ਹੋਇਆ। ਇਹ ਤਾਂ ਮੇਰੇ ਪਿਛਲੇ ਚੰਗੇ ਕਰਮਾਂ ਦਾ ਫਲ ਹੈ ਕਿ ਮੈਂ ਤੇਰੇ ਨਾਲ ਗੱਲ ਕਰਨ ਲਈ ਬਚ ਗਿਆ ਹਾਂ। ਉਸ ਡਰਾਵਣੀ ਘਟਨਾ ਬਾਰੇ ਦੱਸਦਿਆਂ ਮੈਨੂੰ ਸ਼ਰਮ ਆਉਂਦੀ ਹੈ। ਦੇ ਵੇਖ ਆਲੇ ਦੁਆਲੇ ਆਪਣੀਆਂ ਗੱਲਾਂ ਕੋਈ ਹੋਰ ਤਾਂ ਨਹੀਂ ਸੁਣ ਰਿਹਾ। ਡਰ ਨਾਲ ਕੰਬਦੇ ਹੋਏ ਸ਼ੇਰ ਨੇ ਆਪਣੇ ਨਾਲ ਵਾਪਰੀ ਸਾਰੀ ਘਟਨਾ ਗਿੱਦੜ ਨੂੰ ਦੱਸ ਦਿੱਤੀ, ਗਿੱਦੜ ਨੂੰ ਸੁਣਾ ਦਿੱਤੀ। ਸ਼ੇਰ ਦੀ ਕਹਾਣੀ ਸੁਣ ਕੇ ਗਿੱਦੜ ਖੂਬ ਹੱਸਿਆ। ਹੱਸਣ ਨਾਲ ਉਹਦੀਆਂ ਵੱਖੀਆਂ ਪੇਟ ਕੀ ਜੋ ਅੰਤੜੀਆਂ ਦੁਖਣ ਲੱਗ ਪਈਆਂ। ਕੁਝ ਸਮਾਂ ਰੁਕ ਕੇ ਗਿੱਦੜ ਬੋਲਿਆ, ਬਾਦਸ਼ਾਹ ਸਲਾਮਤ, ਤੁਹਾਡੇ ਮੂੰਹੋਂ ਇਹ ਸੁਣ ਕੇ ਬਹੁਤ ਹੈਰਾਨੀ ਹੁੰਦੀ ਹੈ ਕਿ ਤੁਸੀਂ ਇੱਕ ਇਨਸਾਨ ਪਾਸੋਂ ਡਰ ਕੇ ਨੱਸ ਆਏ ਹੋ। ਨੱਸ ਮਤਲਬ ਭਾਗ ਆਏ ਹੋ। ਤੁਹਾਡਾ ਜਨਮ ਸ਼ੇਰਾਂ ਦੇ ਪਰਿਵਾਰ ਵਿੱਚ ਹੋਇਆ ਹੈ ਅਤੇ ਤੁਸੀਂ ਉਹਨਾਂ ਦੇ ਨਾਂ ਨੂੰ ਲੀਕ ਲਾ ਦਿੱਤੀ ਹੈ। ਲੀਕ ਉਨਕੇ ਨਾਮ ਕੇ ਬਦਨਾਮੀ ਕਰਵਾ ਦੀ ਹੈ। ਇਹ ਬੜੀ ਸ਼ਰਮ ਵਾਲੀ ਗੱਲ ਹੈ। ਤੁਸੀਂ ਹੁਣ ਵੀ ਬੁਜ਼ਦਿਲਾਂ ਵਾਂਗ ਬੋਲ ਰਹੇ ਹੋ। ਮੇਰੇ ਵਾਂਗ ਸਾਰੇ ਨੌਕਰ ਤੁਹਾਡੇ 'ਤੇ ਨਿਰਭਰ ਕਰਦੇ ਨੇ। ਤੁਸੀਂ ਹੁਣ ਸ਼ਿਕਾਰ ਨਹੀਂ ਮਾਰੋਗੇ, ਇਸ ਦਾ ਭਾਵ ਹੈ ਅਸੀਂ ਸਾਰੇ ਭੁੱਖੇ ਮਰਾਂਗੇ। ਇਹ ਕਿੱਡੀ ਹੈਰਾਨੀਜਨਕ ਗੱਲ ਹੈ। ਉਹ ਆਪਣੇ ਬੱਚਿਆਂ ਨੂੰ ਸ਼ੇਰ ਦੇ ਮਾਂਸ ਨਾਲ ਪਾਲਣਾ ਚਾਹੁੰਦੀ ਹੈ ਅਤੇ ਤੁਸੀਂ ਡਰ ਕੇ ਦੌੜ ਆਈ ਹੋ। ਆਓ ਮੇਰੇ ਨਾਲ ਚੱਲੋ ਅਤੇ ਮੈਨੂੰ ਉਸਦੇ ਦਰਸ਼ਨ ਕਰਵਾਓ। ਮੈਂ ਉਸਨੂੰ ਬੱਚਿਆਂ ਸਮੇਤ ਤੁਹਾਨੂੰ ਸੁਗਾਤ ਦੇ रूप ਵਿੱਚ भेंट करांगा। जब शेर गिद्दड़ को सारी बातें बताते हैं तो गिद्दड़ शेर को बोलता है कि उसने ना जानबूझ के आपको डराया है, चलो हम उसके पास चलते हैं। तो फिर क्या होता है, दोनों वहाँ जाते हैं। शेर ने जवाब दिता, मैं तेरी बहादुरी ਅਤੇ गिद्दड़ भबकी तो चंगी तरह जानू हाँ। मतलब गिद्दड़ वो डर के भाग जाता है कि वो और ऊपर से बातें बड़ी बड़ी करता है। ਵੱਡਿਆ ਸਰਦਾਰਾ, ਤੂੰ ਕੁਝ ਵੀ ਪਿਆ ਆਖ। ਉਸ ਪਤੰਦਰਨੀ ਵੱਲ ਵੇਖ ਕੇ ਕੁਸਕੇਗਾ ਵੀ ਨਹੀਂ। ਕੁਸਕੇਗਾ ਮਤਲਬ ਕੁਛ ਵੀ ਨਹੀਂ ਬੋਲ ਪਾਏਗਾ। ਮੈਂ ਤਾਂ ਨਹੀਂ ਹੁਣ ਉੱਥੇ ਜਾਣਾ। ਜੇ ਤੂੰ ਆਪ ਜਾਣਾ ਚਾਹੁੰਦਾ ਹੈ ਤਾਂ ਬੇਸ਼ੱਕ ਚਲਿਆ ਜਾ। ਮੈਂ ਤਾਂ ਹੁਣ ਉੱਥੋਂ ਉਦੋਂ ਹੀ ਜਾਵਾਂਗਾ ਜਦੋਂ ਉਹ ਥਾਂ ਛੱਡ ਜਾਏਗੀ। ਗਿੱਦੜ ਨੇ ਦਲੀਲ ਦਿੱਤੀ, ਮੇਰੇ ਸਤਿਕਾਰਯੋਗ ਬਾਦਸ਼ਾਹ ਸਲਾਮਤ, ਕਿੰਨੀ ਕੁ ਦੇਰ ਲੁੱਕ ਕੇ ਕੱਟਣਗੇ? ਮੈਂ ਦਾਅਵੇ ਨਾਲ ਆਖਦਾ ਹਾਂ ਉਹਦੀ ਹੁਸ਼ਿਆਰੀ ਦਾ ਮੇਰੇ 'ਤੇ ਕੋਈ ਅਸਰ ਨਹੀਂ ਪੈਣਾ। ਉੱਠੋ ਵੀ ਦੋਨੋਂ ਇਕੱਠੇ ਮਤਲਬ ਇਕੱਠੇ ਚੱਲਦੇ ਹਾਂ। ਜੇ ਤੁਹਾਨੂੰ ਮੇਰੇ 'ਤੇ ਵਿਸ਼ਵਾਸ ਨਹੀਂ ਤਾਂ ਬੇਸ਼ੱਕ ਮੈਨੂੰ ਇਹਨਾਂ ਵੇਲਾਂ ਨਾਲ ਆਪਣੇ ਸਰੀਰ ਨਾਲ ਬੰਨ੍ਹ ਲਵੋ। ਇਹ ਆਖਦਿਆਂ वेला मतलब फूल की जो वहाँ पे जो वेल होती है उससे अपने जड़ी बूटियाँ होती हैं उससे अपने शरीर से बांध लो उस बूटी से, ताकि वो अलग ना हो जाए। ये बात गिद्दड़ शेर को बोलता है। ये आखने गिद्दड़ ने वेलां इकट्ठियां कीतियां ते अपने आप नूं शेर नाल ਨੂੜ ਲਿਆ मतलब बांध लिया ਤੇ शेर ਨੂੰ ਧੱਕੋ ਜੋਰੀ खिंच के उस तीवी ਵੱਲ ਨੂੰ ਤੋਰ ਲਿਆ। बुद्धिमती ने शेर ਅਤੇ गिद्दड़ ਨੂੰ ਆਪਣੇ ਵੱਲ ਆਉਂਦਿਆਂ ਵੇਖ ਉਹ ਬਹੁਤ ਡਰ ਗਈ, ਪਰ ਆਪਣੇ ਆਪ ਨੂੰ ਕਾਬੂ 'ਚ ਰੱਖਦਿਆਂ ਉੱਚੀ ਉੱਚੀ ਬੋਲਣ ਲੱਗੀ, ਉਹ ਧੋਖੇਬਾਜ਼ ਗਿੱਦੜਾ, ਤੂੰ ਇੰਨਾ ਧੋਖੇਬਾਜ਼ ਏ ਤੇ ਗਾਲੜੀ ਮਤਲਬ ਗੱਲਾਂ ਕਰਨ ਵਾਲਾ। ਤੂੰ ਮੇਰੇ ਪਾਸੋਂ ਰਿਸ਼ਵਤ ਕਾਹਦੀ ਲਈ ਸੀ? ਇੱਕ ਸ਼ੇਰ ਲਿਆਉਣ ਦੀ, ਧੋਖੇਬਾਜ਼ ਮਕਾਰਾ। ਤੂੰ ਤਾਂ 2 ਸ਼ੇਰ ਲਿਆਉਣ ਦਾ ਵਾਅਦਾ ਕੀਤਾ ਸੀ। ਹਾਏ, ਇੱਕ ਨਾਲ ਮੇਰੇ ਬੱਚਿਆਂ ਦਾ ਕੀ ਬਣੇਗਾ? ਉਹ ਤਾਂ ਕਈ ਦਿਨਾਂ ਦੇ ਭੁੱਖੇ ਮਰ ਰਹੇ ਹਨ। ਮੈਂ ਕਿੰਨੀ ਦੇਰ ਤੇਰੀ ਉਡੀਕ ਕਰ ਰਹੀ ਹਾਂ। ਦੂਜਾ ਸ਼ੇਰ ਕਿੱਥੇ ਹੈ? ਇੱਕ ਸ਼ੇਰ ਨਾਲ ਤਾਂ ਉਹਨਾਂ ਦਾ ਕੁਝ ਵੀ ਨਹੀਂ ਬਣਨਾ। ਕੋਈ ਗੱਲ ਨਹੀਂ, ਹੁਣ ਤੈਨੂੰ ਇਸ ਸ਼ੇਰ ਦੇ ਨਾਲ ਮਾਰ ਕੇ ਆਪਣੇ ਵਾਲਾਂ ਦਾ ਢਿੱਡ ਭਰਾਂਗੀ। ਆਪਣੇ ਵਾਲਾਂ ਦਾ ਮਤਲਬ ਬੱਚਿਆਂ ਦਾ ਢਿੱਡ ਭਰਾਂਗੀ। ਬੁੱਧੀਮਤੀ, ਢਿੱਡ ਮਤਲਬ ਪੇਟ। ਬੁੱਧੀਮਤੀ ਦੇ ਇਹ ਬੋਲ ਸੁਣਦਿਆਂ ਹੀ ਸ਼ੇਰ ਇੱਕਦਮ ਅੱਗ ਭਬੂਕਾ ਹੋ ਬੋਲਿਆ, ਗਿੱਦੜਾ, ਤੇਰੇ 'ਤੇ ਵਿਸ਼ਵਾਸ ਕਰਨ ਦਾ ਤੂੰ ਇਹ ਫਲ ਦਿੱਤਾ ਹੈ। ਤੇਰੀ ਨੀਅਤ ਦਾ ਹੁਣ ਪਤਾ ਲੱਗ ਗਿਆ। ਪਰਮਾਤਮਾ ਦੀ ਕਿਰਪਾ ਨਾਲ ਤੇਰੀ ਘਿਨਾਉਣੀ ਸਾਜ਼ਿਸ਼ ਤੋਂ ਬਚ ਗਿਆ। ਇੰਜ ਸ਼ੇਰ ਚੀਕਦਾ ਹੋਇਆ ਪਿੱਛੇ ਨੂੰ ਨੱਸਿਆ।
खूब पूरे जोर दी नस्सिया। गिद्दड़ भी ਉਹਦੇ ਨਾਲ ਹੀ ਲਪੇਟਣੀਆਂ ਖਾਂਦਾ ਹੋਇਆ ਜਾ ਰਿਹਾ ਸੀ। ਝਾੜੀਆਂ ਵਿੱਚ ਫਸਦੇ ਫਸਾਉਂਦੇ ਉਹ ਕਾਫੀ ਦੂਰ ਆ ਗਏ। ਗਿੱਦੜ ਨੂੰ ਵੀ ਕਾਫੀ ਸੱਟਾਂ ਮਤਲਬ ਚੋਟਾਂ ਵੱਜੀਆਂ ਸਨ। ਉਹ ਲਹੂ ਲਹਾਨ ਹੋਇਆ ਪਿਆ ਸੀ ਤੇ ਸ਼ੇਰ ਨੂੰ ਸਾਹ ਚੜ੍ਹਿਆ ਪਿਆ ਸੀ। ਉਹ ਹੌਂਕ ਰਿਹਾ ਸੀ। ਹੁਣ ਵੇਲਾਂ ਟੁੱਟ ਗਈਆਂ ਸਨ। ਉਹ ਦੋਵੇਂ ਇੱਕ ਦਰਖਤ ਥੱਲੇ ਸਾਹ ਲੈਣ ਲਈ ਰੁਕੇ। ਤਦ ਸ਼ੇਰ ਨੇ ਗਿੱਦੜ 'ਤੇ ਗੁੱਸਾ ਕੱਢਿਆ। ਗਿੱਦੜਾ, ਹੁਣ ਮੈਂ ਤੇਰੇ ਟੁਕੜੇ ਟੁਕੜੇ ਕਰਕੇ ਤੇਰਾ ਖੂਨ ਪੀ ਜਾਵਾਂਗਾ। ਧੋਖੇਬਾਜ਼ਾ, ਨਮਕ ਹਰਾਮੀਆਂ, ਤੈਨੂੰ ਕਿਸੇ ਦਾ ਵਿਸ਼ਵਾਸਘਾਤ ਕਰਨ ਦਾ ਮਜ਼ਾ ਹੁਣੇ ਚਖਾਵਾਂਗਾ। ਗਿੱਦੜ ਤੁਰੰਤ ਬੋਲਿਆ, ਬਾਦਸ਼ਾਹ ਆਪਣੀ ਖੈਰ ਮਨਾਵੋ। ਉਹ ਤੀਵੀਂ ਆਪਣੇ ਖੂਨ ਦੇ ਤੁਬਕਿਆਂ ਦੀ ਪੈੜ ਫੜ ਕੇ ਆਪਣੇ ਮੰਗਰੇ ਆ ਰਹੀ ਹੈ। ਹੁਣ ਉਹਨੇ ਇੱਥੇ ਵੀ ਪੁੱਜ ਜਾਣਾ ਮਤਲਬ ਪਹੁੰਚ ਜਾਣਾ। ਪਹਿਲਾਂ ਇੱਥੋਂ ਨੱਸੋ ਮਤਲਬ ਯਹਾਂ ਸੇ ਭਾਗੋ। ਮੇਰੇ ਗੁਨਾਹਾਂ ਦੀ ਸਜ਼ਾ ਮੈਨੂੰ ਮਗਰੋਂ ਦੇਣੀ। ਸ਼ੇਰ ਨੇ ਝਟਪਟ ਆਪਣੀ ਉਹਦੀ ਸਲਾਹ ਮੰਨ ਲਈ ਤੇ ਉੱਥੋਂ ਪੱਤਰਾਵਾਚ ਗਏ ਮਤਲਬ ਵਹਾਂ ਸੇ ਭਾਗ ਗਏ। ਗਿੱਦੜ ਨੇ ਸ਼ੇਰ ਦੇ ਤੋਂ ਉਲਟ ਦਿਸ਼ਾ ਵੱਲ ਨੂੰ ਭੱਜਣ ਵਿੱਚ ਹੀ ਸਿਆਣਪ ਸਮਝੀ। ਕੁਝ ਸਮੇਂ ਮਗਰੋਂ ਬੁੱਧੀਮਤੀ ਦਾ ਪਤੀ ਬਲਦ ਯਾਨੀ ਬੈਲ ਫੜ ਕੇ ਆਇਆ। ਉਹ ਫਿਰ ਬੈਲ ਗੱਡੀ 'ਚ ਸਵਾਰ ਹੋ ਕੇ ਅਗਾਂਹ ਮਤਲਬ ਆਗੇ, ਟੁਰ ਮਤਲਬ चले गए ते डरावना जंगल पार कर लिया। इस कहानी से हमें शिक्षा मिलती है कि जब भी हम ऐसी मुसीबत में फंस जाएं, जैसे बुद्धिमती ने काम लिया अपने दिमाग से, उसने एक सूझबूझ से एक रास्ता निकाला, तो मुसीबत में हमें डरना नहीं चाहिए। हमें कोई ना कोई एक तरीका जो उस मुसीबत से हमें निकाल दे, ऐसा तरीका सोचना चाहिए। आओ हुण इसके औखे शब्दां दे अर्थ करते हाँ। बुद्धिमती सियाणी, ਪੁੱਜ ਕੇ ਪਹੁੰਚ ਕੇ, ਬਲਦਾਂ ਬੈਲਾਂ ਗਡਵਾਨ ਗੱਡਾ ਚਲਾਉਣ ਵਾਲਾ। ਤੀਵੀਂ ਔਰਤ, ਅਜਾਈਂ ਵਿਅਰਥ, ਬੁਝਦਿਲ ਡਰਪੋਕ, ਪਤੰਦਰਨੀ ਭੈੜੀ, ਗਾਲੜੀ ਗੱਪਾਂ ਮਾਰਨ ਵਾਲਾ, ਪੱਤਰਾਵਾਚ ਜਾਣਾ ਦੌੜ ਜਾਣਾ। ਹੇਠਲੇ ਪ੍ਰਸ਼ਨਾਂ ਦੇ ਉੱਤਰ 2-3 ਸਤਰਾਂ ਵਿੱਚ ਲਿਖੋ। आगे ये प्रश्नों के उत्तर हैं, ये हमें करने हैं। पहला है, पाठ विचली औरत का नाम बुद्धिमती क्यों पिया? क्योंकि वो औरत बहुत ही असाधारण बुद्धि की मालक सी। इस करके असाधारण बुद्धि की मतलब बहुत बुद्धिमान सी, जिस करके उसका नाम बुद्धिमती पिया। जंगल विचों लंघदे बुद्धिमती केड़ी मुसीबत विच फंस गई? हमने अभी पढ़ा था, जंगल में से जब वो निकल रहे होते हैं तो वहाँ पे उसके जो गाड़ी के जो उसकी गाड़ी के बैलगाड़ी के जो बैल होते हैं वो भाग जाते हैं। तो झाड़ियों में उसे एक शेर दिखाई देता है, जिससे वो मुसीबत में फंस जाती है। बुद्धिमती ने अपने रोंदे बच्चों को चुप कराते हुए की कहा? बुद्धिमती ने अपने रोंदे बच्चों को चुप कराते हुए कहा कि प्यारे बच्चों, मैं बहुत मजबूर हाँ, मैं तुहानू हर रोज़ शेर का मांस कित्थों लिया के खुआवां। उसने ये ऐसा शेर को डराने के लिए कहा था। बुद्धिमती ने शेर और गिद्दड़ नूं अपने वाल आउंदियां वेख के बचन लई की ढंग वरत्या? बुद्धिमती ने जब शेर और गिद्दड़ को अपनी तरफ आते देखा था तो वो गिद्दड़ को बोलने लगती है, ओए धोखेबाज गिद्दड़ा, तू इन्ना धोखेबाज है। तू मेरे पासों मतलब मुझसे रिश्वत ली थी 2 शेर लाने की, और तुम एक ही शेर लेके आओ अब मैं तुम दोनों को मार के अपने बच्चों को खिलाऊंगी। इस कहानी तो तुहानू की सिक्ख्या मिलती है? इस कहानी तो सानू सिक्ख्या मिलती है कि सानू मुसीबत के समय घबराना नहीं चाहिए, सगों बुद्धि तो काम लेना चाहिए है अते उस मुसीबत विचों निकलन दा कोई राह, कोई तरीका, कोई ढंग लभना चाहिए है। अगे देखते हैं, दिते गए शब्दों विचों सही शब्द चुन के खाली थावां भरो, फिल इन द ब्लैंक्स। ये उन्होंने शब्द दिते गए हैं। पहला है, बुद्धिमती अपने डैश बच्चों समेत जंगल विचों लंघ रही सी। बुद्धिमती अपने 2 बच्चों समेत जंगल विचों लंघ रही सी। डैश नेक्स्ट, झाड़ी विच डैश लुकिया होया सी। तो हमने अभी चैप्टर में पढ़ा था, झाड़ी में शेर लुकिया होया सी। नेक्स्ट है, बुद्धिमती ने शेर तो बचन लई बड़ी डैश तो काम लिया। तो बुद्धिमती ने शेर तो बचन लई बड़ी अकलमंदी तो काम लिया। शेर की कहानी सुन के डैश खूब हस्या। तो शेर की कहानी सुन के गिद्दड़ खूब हस्या। बुद्धिमती अते शेर डैश प्रदेश की लोक कथा है। बुद्धिमती अते शेर आंध्रा प्रदेश की लोक कथा है। इस तरह प्यारे बच्चों, आज हमने बुद्धिमती अते शेर चैप्टर के बारे में पढ़ा है, जो एक लोक कथा है जो सुखदेव माधपुरी जी
ਦੁਆਰਾ ਲਿਖੀ ਗਈ ਹੈ। ਹੁਣ ਤੁਸੀਂ ਇਸ ਦੇ ਪ੍ਰਸ਼ਨ ਉੱਤਰ ਆਪਣੀ ਕਾਪੀ ਵਿੱਚ ਕਰਨੇ ਹਨ ਅਤੇ ਇਸ ਕਹਾਣੀ ਨੂੰ ਫਿਰ ਤੋਂ ਪੜ੍ਹਨਾ ਹੈ। ਧੰਨਵਾਦ।